Hello everyone. We all know that Punjab School Education Board have changed the syllabus of computer science of plus 2 class. So there would be a lot of questions in your mind and I decided to make a video on this topic. In this session, we will do first chapter office automation and typing, and in this session we will do till print preview and print. In the next session, we will do practical work regarding these topics, and after completing the full chapter, we will do back exercise of this chapter. First chapter is office automation and typing, and the objectives of this chapter is word processor, word processor. Next is document writing and editing in MS Word, working with fonts, proofing, find and replace, page setup, page border, print preview and print. ਇਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਕਿ ਵਰਡ ਪ੍ਰੋਸੈਸਰ ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਕੀ ਹੁੰਦਾ ਹੈ। ਵਰਡ ਪ੍ਰੋਸੈਸਰ ਤੋਂ ਪਹਿਲਾਂ ਕਿਉਂਕਿ ਚੈਪਟਰ ਜਿਹੜਾ ਨੇਮ ਹੈ ਉਹ ਹੈਗਾ ਏ ਆਫਿਸ ਆਟੋਮੇਸ਼ਨ, ਤਾਂ ਉਹਦੇ ਬਾਰੇ ਇੰਟਰੋਡਕਸ਼ਨ ਦਿੱਤੀ ਹੋਈ ਹੈ। ਆਫਿਸ automation refers to the integration of office functions usually related to managing information, raw data storage, electronic data transfer and management of electronic business information comprise the basic activities of an office automation system. ਤੇ ਕੀ ਹੈ ਆਫਿਸ ਆਟੋਮੇਸ਼ਨ? ਆਫਿਸ ਆਟੋਮੇਸ਼ਨ ਦਾ ਮਤਲਬ ਹੈ ਕਿ ਆਫਿਸ ਦੇ ਜਿਹੜੇ ਫੰਕਸ਼ਨਸ, ਜਿਹੜੇ ਆਫਿਸ ਨਾਲ ਰਿਲੇਟਡ ਫੰਕਸ਼ਨਸ ਕੰਮ ਹੁੰਦੇ ਆ, ਯੂਜ਼ਲੀ ਰਿਲੇਟਡ ਟੂ ਮੈਨੇਜਿੰਗ ਇਨਫੋਰਮੇਸ਼ਨ, ਕਿ ਆਫਿਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਮੈਨੇਜ ਕਰਨਾ, ਕਿਸ ਤਰੀਕੇ ਦੇ ਨਾਲ ਉਹ ਇਨਫੋਰਮੇਸ਼ਨ ਆ ਜਿਹੜੀ ਮੈਨੇਜ ਕੀਤੀ ਜਾਂਦੀ ਹੈ, ਜਿਹੜੇ ਕੰਮ ਆ ਉਹ ਨੇਪਰੇ ਚਾੜੇ ਜਾਂਦੇ ਆ, ਉਹ ਪੂਰੇ ਕੀਤੇ ਜਾਂਦੇ ਆ। ਜਿਹੜਾ ਰॉ ਡਾਟਾ ਹੁੰਦਾ ਏ, ਕੱਚਾ ਜਿਹੜਾ ਡਾਟਾ ਹੁੰਦਾ ਏ, ਬੇਤਰਤੀਬਾ ਜਿਹੜਾ ਮਟੀਰੀਅਲ ਹੁੰਦਾ ਏ ਇਨਫੋਰਮੇਸ਼ਨ ਤੋਂ ਪਹਿਲਾਂ ਦੀ ਜਿਹੜੀ ਟਰਮ ਹੈਗੀ ਆ, ਜਦੋਂ ਉਹ ਯੂਜ਼ਫੁਲ ਨਹੀਂ ਹੁੰਦੀ ਤਾਂ ਉਹਨੂੰ ਰਾ ਡਾਟਾ ਕਿਹਾ ਜਾਂਦਾ ਹੈ। ਅਤੇ ਉਹਨੂੰ ਸਟੋਰ ਕਰਨਾ, ਇਲੈਕਟ੍ਰੋਨਿਕ ਡਾਟੇ ਨੂੰ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਟਰਾਂਸਫਰ ਕਰਨਾ, ਅਤੇ ਇਲੈਕਟ੍ਰੋਨਿਕ ਬਿਜ਼ਨਸ ਇਨਫੋਰਮੇਸ਼ਨ ਆ ਜਿਹੜੀ ਉਹਨੂੰ ਮੈਨੇਜ ਕਰਨਾ, ਇਲੈਕਟ੍ਰੋਨਿਕ ਤਰੀਕੇ ਦੇ ਨਾਲ ਬਿਜ਼ਨਸ ਇਨਫੋਰਮੇਸ਼ਨ ਨੂੰ ਮੈਨੇਜ ਕਰਨਾ। ਇਹ ਸਾਰੀਆਂ ਐਕਟੀਵਿਟੀਜ਼ ਆ ਜਿਹੜੀਆਂ ਉਹ ਆਫਿਸ ਆਟੋਮੇਸ਼ਨ ਸਿਸਟਮ ਦੇ ਵਿੱਚ ਆ ਜਾਂਦੀਆਂ ਏ। It involves using computers and software to digitize, store, process and communicate most routine tasks and processes in a standard office. ਇੱਕ ਸਟੈਂਡਰਡ ਆਫਿਸ ਦੇ ਵਿੱਚ ਜਿਹੜੇ ਡੇਲੀ ਦੇ ਰੂਟੀਨ ਵਰਕ ਆ, ਜਿਹੜੇ ਕੰਮ ਆ ਕੀਤੇ ਜਾਂਦੇ ਆ, ਉਹਦੇ ਵਿੱਚ ਕੀ ਆ ਜਾਂਦਾ ਹੈ, ਕੰਪਿਊਟਰ ਨੂੰ ਯੂਜ਼ ਕਰਕੇ, ਸੌਫਟਵੇਅਰ ਨੂੰ ਯੂਜ਼ ਕਰਕੇ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਡਿਜੀਟਲ ਫਾਰਮ ਦੇ ਵਿੱਚ ਬਦਲਣਾ, ਉਹਨੂੰ ਸੇਵ ਕਰਨਾ, ਉਹਦੀ ਪ੍ਰੋਸੈਸਿੰਗ ਕਰਨੀ, ਉਹਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਪਹੁੰਚਾਉਣਾ। ਇਹ ਸਾਰੇ ਕਿ ਇੱਕ ਆਫਿਸ ਦੇ ਵਿੱਚ ਕੀਤੇ ਜਾਣ ਵਾਲੇ ਕੰਮ ਹੁੰਦੇ ਆ। ਮੋਸਟ ਕਾਮਨ ਐਂਡ ਯੂਜ਼ਰ ਫਰੈਂਡਲੀ ਸੌਫਟਵੇਅਰ, ਬਹੁਤ ਜ਼ਿਆਦਾ ਜਿਹੜੇ ਆਮ ਯੂਜ਼ ਦੇ ਵਿੱਚ ਆਉਣ ਵਾਲੇ ਸੌਫਟਵੇਅਰ ਆ, ਯੂਜ਼ਰ ਫਰੈਂਡਲੀ ਆ, ਜਿਹਨੂੰ ਯੂਜ਼ਰ ਆ ਜਿਹੜਾ ਬੜੀ ਆਸਾਨੀ ਨਾਲ ਵਰਤ ਸਕਦਾ ਏ। ਐਂਡ ਟੂਲਸ ਆ ਜਿਹੜੀਆਂ ਇਨ ਆਫਿਸਿਸ ਆਰ ਵਰਡ ਪ੍ਰੋਸੈਸਰਸ ਐਂਡ ਇਲੈਕਟ੍ਰੋਨਿਕ ਸਪਰੈਡਸ਼ੀਟਸ। ਤਾਂ ਉਹ ਮੋਸਟ ਕਾਮਨ ਅਤੇ ਯੂਜ਼ਰ ਫਰੈਂਡਲੀ ਸੌਫਟਵੇਅਰ ਆ ਜਾਂ ਟੂਲਸ ਆ ਜਿਹੜੀਆਂ ਉਹ ਕਿਹੜੀਆਂ ਏ, ਵਰਡ ਪ੍ਰੋਸੈਸਰ ਅਤੇ ਇਲੈਕਟ੍ਰੋਨਿਕ ਸਪਰੈਡਸ਼ੀਟ ਜਿਹੜੇ ਸੌਫਟਵੇਅਰ ਅਸੀਂ ਵਰਤਦੇ ਹਾਂ। ਉਸ ਤੋਂ ਬਾਅਦ ਗੱਲ ਕੀਤੀ ਗਈ ਆ ਵਰਡ ਪ੍ਰੋਸੈਸਰ ਦੀ, ਕਿ ਵਰਡ ਪ੍ਰੋਸੈਸਰ ਕੀ ਹੁੰਦਾ ਏ। A word processor is software that allow users to create, edit and print documents. Word processor is words ਤੋਂ ਹੀ ਪਤਾ ਲੱਗ ਰਿਹਾ ਹੈ ਕਿ word processor ਸ਼ਬਦਾਂ ਦੀ ਪ੍ਰੋਸੈਸਿੰਗ ਕਰਨ ਵਾਲਾ ਸੌਫਟਵੇਅਰ। ਵਰਡ ਪ੍ਰੋਸੈਸਰ ਇੱਕ ਸੌਫਟਵੇਅਰ ਹੁੰਦਾ ਹੈ ਜਿਹੜਾ ਯੂਜ਼ਰ ਨੂੰ ਅਲਾਓ ਕਰਦਾ ਹੈ ਕਿ ਯੂਜ਼ਰ ਆ ਆਪਣੀ ਇਨਫੋਰਮੇਸ਼ਨ ਨੂੰ ਕ੍ਰੀਏਟ ਕਰ ਸਕਦਾ ਹੈ, ਐਡਿਟ ਕਰ ਸਕਦਾ ਹੈ, ਪ੍ਰਿੰਟ ਕਰ ਸਕਦਾ ਡਾਕੂਮੈਂਟਸ ਨੂੰ। It enables us to write text, store it electronically, display it on a screen, modify it by entering commands and characters from the keyboard and print it. ਇਹ ਹੋਰ ਕੀ ਇਨੇਬਲ ਇੱਕ ਸਾਨੂੰ ਕੀ ਹੋਰ ਫੈਸਿਲਿਟੀ ਦਿੰਦਾ ਹੈ ਕਿ ਇਹਦੇ ਨਾਲ ਅਸੀਂ ਟੈਕਸਟ ਆ ਜਿਹੜੇ ਲਿਖ ਸਕਦੇ ਹਾਂ,
ਉਹਨਾਂ ਨੂੰ ਸਟੋਰ ਕਰ ਸਕਦੇ ਹਾਂ, ਇਲੈਕਟ੍ਰੋਨਿਕਲੀ ਡਿਸਪਲੇ ਕਰ ਸਕਦੇ ਹਾਂ ਸਕਰੀਨ ਦੇ ਉੱਤੇ, ਉਹਦੇ ਵਿੱਚ ਚੇਂਜਸ ਕਰ ਸਕਦੇ ਹਾਂ ਕਮਾਂਡਸ ਦੇ ਥਰੂ ਐਂਟਰ ਕਰਕੇ ਕਰੈਕਟਰਸ ਅੱਖਰਾਂ ਨੂੰ ਕੀਬੋਰਡ ਦੇ ਉੱਤੋਂ, ਤੇ ਫਿਰ ਅਸੀਂ ਉਹਨਾਂ ਸਾਰਿਆਂ ਨੂੰ ਪ੍ਰਿੰਟ ਕਰ ਸਕਦੇ ਹਾਂ ਇੱਕ ਡਾਕੂਮੈਂਟ ਤੇ ਇੱਕ ਪੇਜ ਦੇ ਉੱਤੇ। ਤਾਂ ਵਰਡ ਪ੍ਰੋਸੈਸਿੰਗ ਦੇ ਵਿੱਚ ਸੌਫਟਵੇਅਰ ਕਈ ਤਰ੍ਹਾਂ ਦੇ ਆ ਜਾਂਦੇ ਆ। ਵਰਡ ਪ੍ਰੋਸੈਸਿੰਗ ਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ, ਜਿਵੇਂ MS ਵਰਡ ਦੀ, ਇਸ ਸਿਲੇਬਸ ਦੇ ਵਿੱਚ MS ਵਰਡ ਦੀ ਗੱਲ ਕੀਤੀ ਗਈ ਹੈ। ਹੋਰ ਵੀ ਕਈ ਤਰ੍ਹਾਂ ਦੇ ਹੈਗੇ, ਜਿਵੇਂ ਓਪਨ ਆਫਿਸ ਹੋ ਗਿਆ, ਵਰਡਪੈਡ, ਨੋਟਪੈਡ, ਇਸ ਤਰ੍ਹਾਂ ਦੇ ਆ ਜਾਂਦੇ ਆ। ਬਟ ਇਸ ਸਿਲੇਬਸ ਦੇ ਵਿੱਚ ਸਿਰਫ MS ਵਰਡ ਆ ਜਿਹੜਾ ਵਰਡ ਪ੍ਰੋਸੈਸਰ ਦੇ ਤੌਰ ਤੇ ਇਹਦੀ ਗੱਲ ਕੀਤੀ ਗਈ ਹੈ। MS ਵਰਡ ਦੀ ਫੁੱਲ ਫਾਰਮ ਹੈਗੀ ਆ ਮਾਈਕਰੋਸਾਫਟ ਵਰਡ, ਤੇ ਕਿਉਂਕਿ ਮਾਈਕਰੋਸਾਫਟ ਦੇ ਵਿੱਚ ਦੀ ਸ਼੍ਰੇਣੀ ਦੇ ਵਿੱਚ ਗਿਣਿਆ ਜਾਂਦਾ ਹੈ। In previous classes, we have already studied about various features of MS Word, such as creating, editing, and formatting a document, inserting tables, pictures, used the features of mail merge, spell check. ਤਾਂ ਕਹਿੰਦੇ ਪਿਛਲੀਆਂ ਕਲਾਸਿਸ ਦੇ ਵਿੱਚ ਅਸੀਂ ਪਹਿਲਾਂ ਹੀ ਇਹ ਚੀਜ਼ਾਂ ਪੜ੍ਹ ਚੁੱਕੇ ਹਾਂ ਕਿ MS Word ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। MS Word ਦੇ ਵਿੱਚ ਅਸੀਂ ਕ੍ਰੀਏਟ ਕਰ ਸਕਦੇ ਹਾਂ ਪੇਜਸ ਨੂੰ, ਐਡੀਟਿੰਗ ਕਰ ਸਕਦੇ ਹਾਂ, ਮਤਲਬ ਕੁਝ ਨਵਾਂ ਐਡ ਕਰ ਸਕਦੇ ਹਾਂ, ਫਾਰਮੈਟਿੰਗ ਕਰ ਸਕਦੇ ਹਾਂ ਡਾਕੂਮੈਂਟ ਦੀ। ਜਿਵੇਂ ਫਾਰਮੈਟਿੰਗ ਦਾ ਮਤਲਬ ਅਸੀਂ ਸਾਈਜ਼, ਸਟਾਈਲ, ਕਲਰ ਆ ਜਿਹੜਾ ਵਰਡਸ ਦਾ, ਟੈਕਸਟ ਦਾ, ਉਹ ਚੇਂਜ ਕਰ ਸਕਦੇ ਹਾਂ। ਟੇਬਲਸ ਨੂੰ ਇਨਸਰਟ ਕਰ ਸਕਦੇ ਹਾਂ, ਪਿਕਚਰਸ ਨੂੰ ਐਡ ਕਰ ਸਕਦੇ ਹਾਂ। ਮੇਲ ਮਰਜ ਦੀ ਫੈਸਿਲਿਟੀ ਵੀ ਸਾਨੂੰ ਮਿਲਦੀ ਇਹਦੇ ਵਿੱਚ, ਸਪੈਲਿੰਗ ਚੈੱਕ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫੀਚਰਸ ਆ ਜੋ ਸਾਨੂੰ MS ਵਰਡ ਪ੍ਰੋਵਾਈਡ ਕਰਦਾ ਹੈ। ਤਾਂ ਇਹਦੇ ਇਲਾਵਾ ਮਾਈਕਰੋਸਾਫਟ ਵਰਡ ਕੈਨ ਬੀ ਯੂਜ਼ਡ ਫॉर ਦਾ ਫੋਲੋਇੰਗ ਪਰਪਸ। ਹੋਰ ਵੀ ਕਈ ਤਰ੍ਹਾਂ ਦੇ ਸਾਡੇ ਉਦੇਸ਼ ਆ ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਉਹਦੇ ਲਈ ਅਸੀਂ ਬਿਜ਼ਨਸ ਪਰਪਸ ਦੇ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹਾਂ। ਅਸੀਂ ਪਿਕਚਰਸ ਐਡ ਕਰ ਸਕਦੇ ਹਾਂ, ਚਾਰਟ ਬਣਾ ਸਕਦੇ ਹਾਂ, ਗ੍ਰਾਫ ਬਣਾ ਸਕਦੇ ਹਾਂ, ਡਾਇਆਗ੍ਰਾਮਸ ਬਣਾ ਸਕਦੇ ਹਾਂ। ਹੋਰ ਕੀ ਕਰ ਸਕਦੇ ਹਾਂ, ਟੂ ਸਟੋਰ ਦਾ ਰੀਯੂਜ਼ ready-made content and formatted elements such as cover pages and sidebars. ਸਟੋਰ ਕਰ ਸਕਦੇ ਹਾਂ, ਦੁਬਾਰਾ ਤੋਂ ਯੂਜ਼ ਕਰ ਸਕਦੇ ਹਾਂ ਰੈਡੀਮੇਡ ਜੋ ਸਾਨੂੰ ਕੰਟੈਂਟ ਮਿਲੇ ਹੁੰਦੇ ਆ, ਜਾਂ ਫਾਰਮੈਟ ਕੀਤੇ ਹੋਏ ਐਲੀਮੈਂਟਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਵਰ ਪੇਜ ਹੁੰਦੇ ਆ, ਸਾਈਡ ਬਾਰਸ ਹੁੰਦੀਆਂ ਏ। ਟੂ ਕ੍ਰੀਏਟ ਲੈਟਰ ਹੈਡਸ ਫॉर ਪਰਸਨਲ ਐਂਡ ਬਿਜ਼ਨਸ ਪਰਪਸ, ਆਪਣੇ ਨਿੱਜੀ ਮੰਤਵ ਦੇ ਲਈ ਜਾਂ ਫਿਰ ਸਾਡਾ ਬਿਜ਼ਨਸ ਪਰਪਸ ਹੈਗਾ ਏ, ਬਿਜ਼ਨਸ ਉਦੇਸ਼, ਬਿਜ਼ਨਸ ਨੂੰ ਨੇਪਰੇ ਚਾੜਨ ਦੇ ਲਈ ਸਾਡਾ ਕੋਈ ਕੰਮ ਹੈਗਾ ਏ, ਤਾਂ ਉਹਦੇ ਲਈ ਵੀ ਅਸੀਂ ਲੈਟਰ ਹੈਡ ਤਿਆਰ ਕਰ ਸਕਦੇ ਹਾਂ। ਟੂ ਡਿਜ਼ਾਈਨ ਡਿਫਰੈਂਟ ਡਾਕੂਮੈਂਟਸ ਸੱਚ ਐਜ਼ ਦਾ ਰਿਜ਼ਿਊਮਸ ਔਰ ਇਨਵੀਟੇਸ਼ਨ ਕਾਰਡਸ, ਅਸੀਂ ਡਿਜ਼ਾਈਨ ਕਰ ਸਕਦੇ ਹਾਂ ਵੱਖ-ਵੱਖ ਤਰ੍ਹਾਂ ਦੇ ਡਾਕੂਮੈਂਟਸ ਜਿਨ੍ਹਾਂ ਦੇ ਵਿੱਚ ਰਿਜ਼ਿਊਮ ਬਣਾਇਆ ਜਾ ਸਕਦਾ ਹੈ, ਇਨਵੀਟੇਸ਼ਨ ਕਾਰਡ ਬਣਾਏ ਜਾ ਸਕਦੇ ਆ। ਤਾਂ ਮਾਈਕਰੋਸਾਫਟ ਵਿੱਚ ਜਿਹੜਾ ਵਰਡ ਹੈ ਉਹ ਅਲਾਉ ਕਰਦਾ ਹੈ ਸਾਨੂੰ ਕਿ ਟੂ ਕ੍ਰੀਏਟ ਪ੍ਰੋਫੈਸ਼ਨਲ ਕੁਆਲਿਟੀ ਡਾਕੂਮੈਂਟਸ, ਪ੍ਰੋਫੈਸ਼ਨਲ ਕੁਆਲਿਟੀ ਦੇ ਡਾਕੂਮੈਂਟਸ ਤਿਆਰ ਕਰ ਸਕਦੇ ਹਾਂ, ਰਿਪੋਰਟਸ ਤਿਆਰ ਕਰ ਸਕਦੇ ਹਾਂ, ਲੈਟਰਸ ਤਿਆਰ ਕਰ ਸਕਦੇ ਹਾਂ, ਰਿਜ਼ਿਊਮ ਤਿਆਰ ਕਰ ਸਕਦੇ ਹਾਂ। ਅਨਲਾਈਕ ਦਾ ਪਲੇਨ ਟੈਕਸਟ ਐਡੀਟਰ, ਇੱਕ ਪਲੇਨ ਸਿੰਪਲ ਟੈਕਸਟ ਐਡੀਟਰ ਦੀ ਬਜਾਏ ਮਾਈਕਰੋਸਾਫਟ ਆ ਜਿਹੜਾ, ਮਾਈਕਰੋਸਾਫਟ ਵਰਡ ਆ ਜਿਹੜਾ, ਇਹ ਸਾਨੂੰ ਐਕਸਟਰਾ ਫੀਚਰਸ ਦਿੰਦਾ ਏ। ਇਹ ਸਾਨੂੰ ਸਪੈਲ ਚੈੱਕ ਦੀ ਫੀਚਰ ਦਿੰਦਾ ਏ, ਸਪੈਲ ਚੈੱਕ, ਗ੍ਰਾਮਰ ਚੈੱਕ ਕਰ ਸਕਦੇ ਹਾਂ, ਟੈਕਸਟ ਐਂਡ ਫੌਂਟ ਫਾਰਮੈਟਿੰਗ ਕਰ ਸਕਦੇ ਹਾਂ, HTML ਸਪੋਰਟ ਲੈ ਸਕਦੇ ਹਾਂ, ਇਮੇਜ ਸਪੋਰਟ ਲੈ ਸਕਦੇ ਹਾਂ, ਐਡਵਾਂਸਡ ਪੇਜ ਲੇਆਊਟ ਐਂਡ ਮੈਨੀ ਮੋਰ ਸੈਟਿੰਗਸ ਆ ਜਿਹੜੀਆਂ MS ਵਰਡ ਦੇ ਵਿੱਚ ਅਸੀਂ ਕਰ ਸਕਦੇ ਹਾਂ ਅਤੇ ਆਪਣੇ ਡਾਕੂਮੈਂਟਸ ਆ ਜਿਹੜੇ ਉਹ ਤਿਆਰ ਕਰ ਸਕਦੇ ਹਾਂ। ਡਾਕੂਮੈਂਟ ਰਾਈਟਿੰਗ ਐਂਡ ਐਡੀਟਿੰਗ ਇਨ MS ਵਰਡ, ਪਹਿਲਾਂ ਦੱਸਿਆ ਗਿਆ ਕਿ MS ਵਰਡ ਦੇ ਵਿੱਚ ਅਸੀਂ ਕੀ ਕੰਮ ਕਰ ਸਕਦੇ ਹਾਂ। ਹੁਣ ਗੱਲ ਕੀਤੀ ਜਾ ਰਹੀ ਹੈਗੀ ਹੈ ਕਿ ਡਾਕੂਮੈਂਟ ਰਾਈਟ ਕਿਵੇਂ ਕੀਤਾ ਜਾਂਦਾ ਹੈ, ਅਤੇ ਜੇ ਡਾਕੂਮੈਂਟ ਪਹਿਲਾਂ ਤੋਂ ਅਸੀਂ ਲਿਖਿਆ ਹੋਇਆ ਹੈ, ਬਣਾਇਆ ਹੋਇਆ ਹੈ, ਅਤੇ ਉਹਦੇ ਵਿੱਚ ਹੋਰ ਚੀਜ਼ਾਂ ਕਿਵੇਂ ਐਡ ਕੀਤੀਆਂ ਜਾਂਦੀਆਂ ਹੈ। ਐਡੀਟਿੰਗ ਅ ਵਰਡ ਫਾਈਲ ਇਜ਼ ਵਨ ਆਫ ਦਾ ਮੋਸਟ ਬੇਸਿਕ MS ਆਫਿਸ ਵਰਡ ਆਪਰੇਸ਼ਨਸ, ਇਹ ਬਹੁਤ ਹੀ ਬੇਸਿਕ ਕੰਮ ਹੈਗਾ MS ਵਰਡ ਦੇ ਵਿੱਚ ਕੀਤਾ ਜਾਣ ਵਾਲਾ ਐਡੀਟਿੰਗ, ਜਿਹਨੂੰ ਐਡੀਟਿੰਗ ਕਹਿੰਦੇ ਆ। ਐਡੀਟਿੰਗ ਅ ਵਰਡ ਫਾਈਲ ਮੀਨਸ, ਦਾ ਮਤਲਬ ਕੀ ਹੈ ਐਡੀਟਿੰਗ ਦਾ, ਇਹਦਾ ਮਤਲਬ ਹੈ ਮੇਕਿੰਗ ਚੇਂਜਸ ਇਨ ਦਾ ਟੈਕਸਟ ਕੰਟੇਨਡ ਇਨ ਦਾ ਐਗਜ਼ਿਸਟਿੰਗ ਡਾਕੂਮੈਂਟ, ਪਹਿਲਾਂ ਤੋਂ ਬਣੇ ਹੋਏ ਡਾਕੂਮੈਂਟ ਦੇ ਵਿੱਚ ਜਦੋਂ ਅਸੀਂ ਕੋਈ ਚੇਂਜ ਕਰਦੇ ਹਾਂ, ਟੈਕਸਟ ਦੇ ਵਿੱਚ ਕੋਈ ਚੇਂਜ ਕਰਦੇ ਹਾਂ, ਕੋਈ ਬਦਲਾਅ ਕਰਦੇ ਹਾਂ, ਤਾਂ ਉਹਨੂੰ ਕਹਿ ਦਿੰਦੇ ਆ ਐਡੀਟਿੰਗ।
Everyone needs to edit a Word document at some point or other to incorporate the changes which may arise from time to time. ਸਮੇਂ-ਸਮੇਂ ਤੇ ਸਾਨੂੰ ਹਰ ਇੱਕ ਕਿਸੇ ਨੂੰ ਹੀ ਲੋੜ ਪੈਂਦੀ ਹੈ ਕੁਝ ਨਵਾਂ ਐਡ ਕਰਨ ਦੀ ਆਪਣੇ Word document ਦੇ ਅੰਦਰ। ਤਾਂ ਐਡੀਟਿੰਗ ਅ Word document covers these basic concepts। ਐਡੀਟਿੰਗ ਦੇ ਵਿੱਚ ਅਸੀਂ ਜਿਹੜਾ ਵਰਡ ਡਾਕੂਮੈਂਟ ਆ ਕਿਹੜੀਆਂ ਚੀਜ਼ਾਂ ਨੂੰ ਕਵਰ ਕਰਦਾ ਹੈ, ਕੁਝ ਬੇਸਿਕ ਕਨਸੈਪਟਸ ਆ ਜਿਹੜੀ ਕਵਰ ਕਰਦਾ ਹੈ ਵਰਡ ਡਾਕੂਮੈਂਟ ਦੇ ਵਿੱਚ ਅਸੀਂ ਐਡੀਟਿੰਗ ਜਿਨ੍ਹਾਂ ਦੇ ਵਿੱਚ ਕਰ ਸਕਦੇ ਹੈਗੇ ਆ ਉਹ ਕਿਹੜੇ ਆ। ਸਭ ਤੋਂ ਪਹਿਲਾਂ ਹੈਗਾ ਏ ਐਡਿੰਗ ਨਿਊ ਟੈਕਸਟ। ਅਸੀਂ ਪਹਿਲਾਂ ਤੋਂ ਬਣੇ ਹੋਏ ਡਾਕੂਮੈਂਟ ਦੇ ਵਿੱਚ ਨਵੇਂ ਟੈਕਸਟ ਆ ਜਿਹੜੇ ਉਹ ਐਡ ਕਰ ਸਕਦੇ ਆ, ਨਵੀਂ ਲਾਈਨ ਐਡ ਕਰ ਸਕਦੇ ਆ। ਡਿਲੀਟਿੰਗ ਅ ਪਾਰਟ ਆਫ ਦਾ ਟੈਕਸਟ, ਅਸੀਂ ਕਿਸੇ ਵੀ ਲਾਈਨ ਨੂੰ ਡਿਲੀਟ ਕਰ ਸਕਦੇ ਆ ਜਿਹੜੀ ਸਾਨੂੰ ਨਹੀਂ ਚਾਹੀਦੀ, ਕਿਸੇ ਟੈਕਸਟ ਨੂੰ ਡਿਲੀਟ ਕਰ ਸਕਦੇ ਆ। ਨੈਕਸਟ ਕਾਪੀ ਪੇਸਟ ਆ ਟੈਕਸਟ, ਕਿਸੇ ਟੈਕਸਟ ਨੂੰ ਇੱਕ ਜਗ੍ਹਾ ਤੋਂ ਕਾਪੀ ਕਰਕੇ ਕਿਸੇ ਹੋਰ ਜਗ੍ਹਾ 'ਤੇ ਲਿਜਾ ਕੇ ਪੇਸਟ ਕਰ ਸਕਦੇ ਆ। ਮੂਵਿੰਗ ਟੈਕਸਟ, ਸਿਲੈਕਟ ਦਾ ਟੈਕਸਟ, ਇਹਦੇ ਲਈ ਸਾਨੂੰ ਮੂਵਿੰਗ ਟੈਕਸਟ ਦਾ ਮਤਲਬ ਹੈ ਕਿ ਇੱਕ ਜਗ੍ਹਾ ਤੋਂ ਟੈਕਸਟ ਨੂੰ ਕੱਟ ਕਰਕੇ ਕਿਸੇ ਹੋਰ ਜਗ੍ਹਾ 'ਤੇ ਲਿਜਾ ਕੇ ਪੇਸਟ ਕਰ ਦੇਣਾ, ਮੂਵ ਕਰ ਦੇਣਾ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ। ਫਾਰਮੈਟਿੰਗ ਟੈਕਸਟ, ਫਾਰਮੈਟਿੰਗ ਦਾ ਮਤਲਬ ਹੈ ਚੇਂਜਿੰਗ ਦਾ ਫੌਂਟ ਸਟਾਈਲ, ਜੋ ਅਸੀਂ ਲਿਖਿਆ ਹੈ ਉਹਦਾ ਸਟਾਈਲ ਚੇਂਜ ਕਰਨਾ, ਉਹਦਾ ਸਾਈਜ਼ ਚੇਂਜ ਕਰਨਾ, ਉਹਦਾ ਕਲਰ ਚੇਂਜ ਕਰਨਾ, ਉਹਨੂੰ ਬੋਲਡ ਕਰ ਦੇਣਾ, ਇਟੈਲਿਕ ਕਰ ਦੇਣਾ, ਉਹਨੂੰ ਅੰਡਰਲਾਈਨ ਕਰ ਦੇਣਾ ਅਤੇ ਹੋਰ ਉਹਦੇ ਨਾਲ ਰਿਲੇਟਡ ਬਹੁਤ ਸਾਰੇ ਕੰਮ ਹੁੰਦੇ ਆ ਫੌਂਟ ਨਾਲ ਰਿਲੇਟਡ। ਵੀ ਕੈਨ ਆਲਸੋ ਯੂਜ਼ ਫਾਰਮੈਟ ਪੇਂਟਰ ਆਪਸ਼ਨ ਵੀ ਅਸੀਂ ਯੂਜ਼ ਕਰ ਸਕਦੇ ਹਾਂ, ਅਵੇਲੇਬਲ ਐਟ ਹੋਮ ਟੈਬ ਦੇ ਵਿੱਚ ਹੁੰਦੀ ਆ। To apply existing formats to other text, to clear the existing formats on the text, we can also use the clear format option available at the home tab ribbon. Next is alignment. Alignment determines the appearance and orientation of the edges of the text of paragraph. ਅਲਾਈਨਮੈਂਟ ਦੇ ਨਾਲ ਕੀ ਕਰ ਸਕਦੇ ਹਾਂ ਅਸੀਂ, ਪੈਰਾਗ੍ਰਾਫ ਦੇ ਜਿਹੜੇ ਐਜਸ ਹੈਗੇ ਆ ਉਹਨਾਂ ਦੀ ਦਿਸ਼ਾ ਚੇਂਜ ਕਰ ਸਕਦੇ ਹਾਂ। ਜਿਵੇਂ ਇਹ ਤੁਹਾਡੇ ਸਾਹਮਣੇ ਇੱਕ ਡਾਕੂਮੈਂਟ ਦੇ ਵਿੱਚ ਸ਼ੋ ਹੋ ਰਿਹਾ ਹੈ ਕਿ ਇਹ ਜਿਹੜਾ ਟੈਕਸਟ ਹੈ ਉਹ ਸੈਂਟਰ ਦੇ ਵਿੱਚ ਦਿਖਾਈ ਦੇ ਰਿਹਾ ਹੈ, ਅਸੀਂ ਇਹਨੂੰ ਲੈਫਟ ਦੇ ਵਿੱਚ ਵੀ ਰੱਖ ਸਕਦੇ ਹਾਂ। ਉਹ ਕਿਹਦੇ ਨਾਲ ਕਰਾਂਗੇ, ਲੈਫਟ ਅਲਾਈਨਮੈਂਟ। ਰਾਈਟ ਦੇ ਵਿੱਚ ਲਿਜਾ ਸਕਦੇ ਹਾਂ, ਰਾਈਟ ਅਲਾਈਨਮੈਂਟ, ਕਿਉਂਕਿ ਇਹ ਸੈਂਟਰ ਦੇ ਵਿੱਚ ਆ ਤਾਂ ਇਹ ਸੈਂਟਰ ਅਲਾਈਨਮੈਂਟ ਤੇ ਦੋਨੋਂ ਪਾਸਿਆਂ ਤੋਂ ਸੇਮ ਇਹਦੀ ਹੈਗੀ ਆ, ਇੱਕੋ ਜਿਹਾ ਹੈਗਾ ਤਾਂ ਉਹਦੇ ਲਈ ਜਸਟੀਫਾਈ ਅਲਾਈਨਮੈਂਟ। 4 ਤਰ੍ਹਾਂ ਦੇ ਅਸੀਂ ਅਲਾਈਨਮੈਂਟਸ ਆ ਜਿਹੜੇ ਯੂਜ਼ ਕਰ ਸਕਦੇ ਹਾਂ। ਨੈਕਸਟ ਇਜ਼ ਲਾਈਨ ਸਪੇਸਿੰਗ। ਇਟ ਇਜ਼ ਅ ਸਪੇਸ ਬਿਟਵੀਨ ਈਚ ਲਾਈਨ ਇਨ ਅ ਪੈਰਾਗ੍ਰਾਫ। ਇੱਕ ਪੈਰਾਗ੍ਰਾਫ ਦੇ ਵਿੱਚ ਜਿੰਨੀ ਲਾਈਨਾਂ ਦੇ ਵਿੱਚ ਜਗ੍ਹਾ ਹੁੰਦੀ ਆ, ਖਾਲੀ ਸਪੇਸ ਹੁੰਦੀ ਆ, ਉਹਨੂੰ ਕਹਿ ਦਿੰਦੇ ਆ ਲਾਈਨ ਸਪੇਸਿੰਗ। ਅਤੇ ਇਹ ਵੀ MS ਵਰਡ ਸਾਨੂੰ ਅਲਾਉ ਕਰਦਾ ਕਿ ਅਸੀਂ ਲਾਈਨਾਂ ਦੇ ਵਿਚਕਾਰਲੀ ਜਿਹੜੀ ਸਪੇਸ ਆ ਉਹ ਅਸੀਂ ਚੇਂਜ ਕਰ ਸਕਦੇ ਹਾਂ ਸਾਡੀ ਲੋੜ ਦੇ ਅਨੁਸਾਰ। ਨੈਕਸਟ ਬਿਲਟਸ ਐਂਡ ਨੰਬਰਿੰਗ। ਬਿਲਟਸ ਐਂਡ ਨੰਬਰਿੰਗ ਜਿਹੜੀ ਹੈਗੀ ਆ ਇਹਦੇ ਨਾਲ ਅਸੀਂ ਜਿਵੇਂ ਮੰਨ ਲਓ ਕੋਈ ਲਿਸਟ ਬਣਾਉਣੀ ਹੈ, ਜਿਵੇਂ ਇੱਥੇ ਆ ਡਾਟਸ ਤੁਹਾਡੇ ਸਾਹਮਣੇ ਸ਼ੋ ਹੋ ਰਹੇ ਆ ਤਾਂ ਇਹਨਾਂ ਨੂੰ ਬੁਲਟਸ ਬੋਲਿਆ ਜਾਂਦਾ ਹੈ। ਅਤੇ ਇਹ ਅਸੀਂ MS ਵਰਡ ਦੇ ਵਿੱਚ ਜਾ ਕੇ ਇਹ ਯੂਜ਼ ਕਰ ਸਕਦੇ ਹਾਂ। ਜੇ ਅਸੀਂ ਨੰਬਰਾਂ ਦੇ ਵਿੱਚ ਕੋਈ ਚੀਜ਼ ਕੋਈ ਲਿਸਟ ਬਣਾਉਣੀ ਹੈ, ਨੰਬਰਿੰਗ ਕਰਨੀ ਹੈ ਤਾਂ ਉਹਦੇ ਲਈ ਅਸੀਂ ਨੰਬਰ ਯੂਜ਼ ਕਰਦੇ ਹਾਂ। ਤਾਂ ਇਹ ਸੈਟਿੰਗ ਵੀ ਅਸੀਂ MS ਵਰਡ ਦੇ ਵਿੱਚ ਜਾ ਕੇ ਕਰ ਸਕਦੇ ਹਾਂ। ਨੈਕਸਟ ਵਰਕਿੰਗ ਵਿਦ ਫੌਂਟਸ। ਫੌਂਟਸ ਦੇ ਨਾਲ ਕੰਮ ਕਰਨਾ। ਅ ਫੌਂਟ ਇਜ਼ ਅ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਟੈਕਸਟ। ਟੈਕਸਟ ਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆ ਜਿਹੜੀ ਉਹਨੂੰ ਫੌਂਟ ਕਹਿ ਦਿੰਦੇ ਆ। ਦੈਟ ਮੇ ਇਨਕਲੂਡ ਡਿਫਰੈਂਟ ਟਾਈਪ ਫੇਸ, ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਟਾਈਪ ਫੇਸ ਹੁੰਦੇ ਆ, ਪੁਆਇੰਟ ਹੁੰਦੇ ਆ, ਸਾਈਜ਼ ਹੁੰਦੇ ਆ, ਕਲਰ ਹੁੰਦੇ ਆ। ਅਤੇ ਆਪਾਂ ਇਹ ਸਾਰੀਆਂ ਚੀਜ਼ਾਂ MS ਵਰਡ ਦੇ ਵਿੱਚ ਜਾ ਕੇ ਇੱਕ ਫੌਂਟ ਦੀ ਸੈਟਿੰਗ ਆ ਜਿਹੜੀ ਉਹ ਕਰ ਸਕਦੇ ਹਾਂ। ਤਾਂ ਇਹ ਪ੍ਰੈਕਟੀਕਲ ਵਰਕ ਹੈ। ਨੈਕਸਟ ਸੈਸ਼ਨ ਦੇ ਵਿੱਚ ਤੁਹਾਨੂੰ ਇਹ ਪ੍ਰੈਕਟੀਕਲ ਵਰਕ ਆ ਜਿਹੜਾ ਉਹ ਦੇ ਦਿੱਤਾ ਜਾਏਗਾ। ਇਹਦੇ ਇਲਾਵਾ ਅਸੀਂ ਡਿਫੋਲਟ ਫੌਂਟ ਸੈਟਿੰਗ ਕਰ ਸਕਦੇ ਹਾਂ। ਤਾਂ ਇਹ ਵੀ ਪ੍ਰੈਕਟੀਕਲ ਵਰਕ ਹੈ। ਇਹ ਵੀ ਤੁਹਾਨੂੰ ਇਹਦੇ ਵਿੱਚ ਤੁਸੀਂ ਕਲਰ ਚੇਂਜ ਕਰ ਸਕਦੇ ਹੋ, ਅੰਡਰਲਾਈਨ ਕਰ ਸਕਦੇ ਹੋ ਫੌਂਟ ਨੂੰ, ਅੰਡਰਲਾਈਨ ਕਲਰ ਚੇਂਜ ਕਰ ਸਕਦੇ ਹੋ, ਇਫੈਕਟਸ ਹੋਰ ਇਫੈਕਟਸ ਆ ਜਿਹੜੇ ਫੌਂਟ ਦੇ ਉਹ ਦੇ ਸਕਦੇ ਹੋ। ਠੀਕ ਹੈ, ਤਾਂ ਇਹ ਚੀਜ਼ਾਂ ਜਿਹੜੀਆਂ ਪ੍ਰੈਕਟੀਕਲ ਹੈਗਾ ਏ। ਨੈਕਸਟ ਇਜ਼ ਪ੍ਰੂਫਿੰਗ। MS ਵਰਡ ਤੁਹਾਨੂੰ ਪ੍ਰੂਫਿੰਗ ਦੀ ਫੈਸਿਲਿਟੀ ਦਿੰਦਾ ਹੈ ਕਿ ਵਰਡ ਕੈਨ ਆਲਸੋ ਪ੍ਰੂਫ ਵਰਡ
a document to highlight other possible problems such as misplaced commas or correctly spelled words that may be used incorrectly. ਕਈ ਵਾਰ ਅਸੀਂ incorrectly ਤਰੀਕੇ ਦੇ ਨਾਲ ਕੁਝ ਵਰਡਸ ਆ ਜਿਹੜੇ ਯੂਜ਼ ਕਰ ਲੈਂਦੇ ਆ ਜਾਂ ਕੌਮੇਜ਼ ਲਗਾ ਦਿੰਦੇ ਆ, ਤਾਂ ਉਸ ਚੀਜ਼ ਦੀ ਪ੍ਰੂਫ ਰੀਡਿੰਗ ਦੇ ਲਈ ਪ੍ਰੂਫਿੰਗ ਫੈਸਿਲਿਟੀ ਦਿੱਤੀ ਗਈ ਆ MS ਵਰਡ ਦੇ ਵੱਲੋਂ ਕਿ ਅਸੀਂ ਪ੍ਰੂਫਿੰਗ ਕਰਵਾ ਸਕਦੇ ਆ ਇਸ ਫੈਸਿਲਿਟੀ ਨੂੰ ਵਰਤ ਕੇ। ਨੈਕਸਟ ਇਜ਼ ਆਟੋ ਕਰੈਕਟ। ਆਟੋ ਕਰੈਕਟ ਆਪਣੇ ਆਪ ਸਹੀ ਹੋ ਜਾਣਾ ਕਿਸੇ ਚੀਜ਼ ਦਾ, ਤਾਂ MS ਵਰਡ ਸਾਨੂੰ ਇਹ ਸੁਵਿਧਾ ਵੀ ਦਿੰਦਾ ਹੈ ਕਿ ਅਸੀਂ ਆਟੋ ਕਰੈਕਟ ਆਪਸ਼ਨ ਨੂੰ ਵਰਤ ਕੇ ਆਪਣੇ ਜਿਹੜੇ ਸਪੈਲਿੰਗ ਮਿਸਟੇਕਸ ਹੈਗੇ ਆ, ਸਪੈਲਿੰਗਸ ਆ ਜਿਹੜੇ ਉਹ ਆਟੋਮੈਟਿਕਲੀ ਕਰੈਕਟ ਕਰਵਾ ਸਕਦੇ ਹਾਂ। ਨੈਕਸਟ ਇਜ਼ ਸਪੈਲਿੰਗ ਐਂਡ ਗ੍ਰਾਮਰ। ਤਾਂ MS ਵਰਡ ਸਾਨੂੰ ਇਹ ਫੈਸਿਲਿਟੀ ਵੀ ਦਿੰਦਾ ਹੈ, ਇਹ ਸੁਵਿਧਾ ਵੀ ਦਿੰਦਾ ਹੈ ਕਿ ਜੇ ਕਿਤੇ ਸਾਡੇ ਸਪੈਲਿੰਗ ਗਲਤ ਸਾਡੇ ਤੋਂ ਟਾਈਪ ਹੋ ਜਾਂਦੇ ਆ ਜਾਂ ਗ੍ਰਾਮੈਟੀਕਲ ਕੋਈ ਐਰਰ ਹੁੰਦੀ ਆ ਤਾਂ ਉਹਨੂੰ ਵੀ ਇਹ ਠੀਕ ਕਰਨ ਦੀ ਇੱਕ ਆਪਸ਼ਨ ਸਾਨੂੰ ਪ੍ਰੋਵਾਈਡ ਕਰਦਾ ਹੈ। ਤੇ ਜੇਕਰ ਸਾਡੀ ਜਿਵੇਂ ਇਹਨਾਂ ਨੇ ਦੱਸਿਆ ਇਟ ਸ਼ੋਜ਼ ਰੈੱਡ ਵੇਵੀ ਅੰਡਰਲਾਈਨ ਫॉर ਸਪੈਲਿੰਗ ਐਰਰਸ, ਜੇ ਸਪੈਲਿੰਗ ਦੇ ਵਿੱਚ ਕੋਈ ਗਲਤੀ ਹੈਗੀ ਆ ਤਾਂ ਇਹ ਉਹਦੇ ਨੀਚੇ ਰੈੱਡ ਕਲਰ ਦੀ ਇੱਕ ਲਾਈਨ ਦਿੰਦਾ ਹੈ ਜਿਹਦੇ ਨਾਲ ਪਤਾ ਚੱਲਦਾ ਹੈ ਕਿ ਸਪੈਲਿੰਗ ਦੇ ਵਿੱਚ ਕੋਈ ਗਲਤੀ ਹੈ, ਤੇ ਗ੍ਰੀਨ ਲਾਈਨ ਉਸ ਵਰਡ ਦੇ ਨੀਚੇ ਸ਼ੋ ਕਰਦਾ ਹੈ ਜਿਹਦੇ ਵਿੱਚ ਕੋਈ ਵਿਆਕਰਨ ਦੀ ਗਲਤੀ ਆ। ਦ ਲੇਟੈਸਟ ਵੇਵੀ ਅੰਡਰਲਾਈਨ, ਲੇਟੈਸਟ ਜਿਹੜੀ ਅੰਡਰਲਾਈਨ ਬਲੂ ਕਲਰ ਦੀ ਆ ਰਹੀ ਹੈਗੀ ਆ ਉਹਦਾ ਮਤਲਬ ਹੈ ਕਿ ਫਾਰਮੈਟਿੰਗ ਹੈ ਜਿਹੜੀ ਉਹਦੇ ਵਿੱਚ ਕੁਝ ਪ੍ਰੋਬਲਮ ਹੈ। ਤਾਂ ਇਹ ਜਿਹੜੀ ਫੈਸਿਲਿਟੀ ਹੈ MS ਵਰਡ ਸਾਨੂੰ ਇਹ ਵੀ ਦਿੰਦਾ ਹੈ। ਨੈਕਸਟ ਇਜ਼ ਫਾਈਂਡ ਐਂਡ ਰੀਪਲੇਸ। ਫਾਈਂਡ ਐਂਡ ਰੀਪਲੇਸ, ਕਿਸੇ ਵਰਡ ਨੂੰ ਕਾਫੀ ਤੁਹਾਡੇ ਕੋਲੇ ਵੱਡਾ ਪੈਰਾਗ੍ਰਾਫ ਹੈ ਤੇ ਉਹਦੇ ਵਿੱਚੋਂ ਜਾਂ ਕਾਫੀ ਸਾਡੇ ਕੋਲੇ ਡਾਕੂਮੈਂਟਸ ਹੈਗੇ ਆ ਤਾਂ ਉਹਨਾਂ ਦੇ ਵਿੱਚੋਂ ਕਿਸੇ ਮੇਨ ਵਰਡ ਨੂੰ ਅਸੀਂ ਲੱਭ ਕੇ ਉਹਦੀ ਜਗ੍ਹਾ ਤੇ ਕੋਈ ਹੋਰ ਵਰਡ ਲਿਖਣਾ ਹੈ ਤਾਂ ਉਹਦੇ ਲਈ ਸਾਨੂੰ ਫਾਈਂਡ ਐਂਡ ਰੀਪਲੇਸ ਦੀ ਸੁਵਿਧਾ MS ਵਰਡ ਦਿੰਦਾ ਹੈ। Find and replace feature in MS Word helps us to find words or formats in a document and allow us to replace all instances of a word or format. ਤਾਂ ਜਿਹੜਾ ਵੀ ਵਰਡ ਅਸੀਂ ਲੱਭਣਾ ਹੁੰਦਾ ਹੈ ਉਹ ਇਸੇ ਫਾਈਂਡ ਵਰਡ ਦੇ ਵਿੱਚ ਟਾਈਪ ਕਰ ਦਿੱਤਾ ਜਾਂਦਾ ਹੈ ਤੇ ਜਿਹਨੂੰ ਉਹਦੇ ਨਾਲ ਰਿਪਲੇਸ ਕਰਨਾ ਹੈ ਉਹ ਨੀਚੇ ਵਾਲੇ ਰਿਪਲੇਸ ਵਿਦ ਦੇ ਵਿੱਚ ਫਿਲ ਕਰ ਦਿੱਤਾ ਜਾਂਦਾ ਹੈ ਤੇ ਉਹ ਉਸ ਵਰਡ ਨੂੰ ਲੱਭ ਕੇ ਫਾਈਂਡ ਕਰਕੇ ਉਹਨੂੰ ਰਿਪਲੇਸ ਕਰ ਦਿੰਦਾ ਹੈ। ਨੈਕਸਟ ਇਜ਼ ਪੇਜ ਸੈਟਅਪ। ਪੇਜ ਨੂੰ ਸੈੱਟ ਕਰਨ ਦੇ ਲਈ ਪੇਜ ਸੈਟਅਪ ਆਪਸ਼ਨ ਸਾਡੇ ਕੋਲੇ ਮਿਲਦੀ ਆ MS ਵਰਡ ਦੇ ਅੰਦਰ। ਪੇਜ ਸੈਟਅਪ ਅਲਾਉਜ਼ ਅਸ ਟੂ ਚੇਂਜ ਦਾ ਸਟਰਕਚਰ ਐਂਡ ਲੇਆਊਟ ਆਫ ਪੇਜਸ ਇਨ ਅ ਡਾਕੂਮੈਂਟ। ਇੱਕ ਡਾਕੂਮੈਂਟ ਦੇ ਵਿੱਚ ਪੇਜਸ ਆ ਜਿਹੜੇ ਉਹ ਉਹਨਾਂ ਦੀ ਦਿੱਖ ਕਿਹੋ ਜਿਹੀ ਹੋਊਗੀ, ਸਟਰਕਚਰ ਕਿਹੋ ਜਿਹਾ ਹੋਊਗਾ, ਤਾਂ ਉਸ ਚੀਜ਼ ਨੂੰ ਚੇਂਜ ਕਰਨ ਦੇ ਲਈ ਅਸੀਂ ਪੇਜ ਸੈਟਅਪ ਆ ਜਿਹੜੀ ਉਹ ਵਰਤਦੇ ਹਾਂ। ਦ ਪੇਜ ਸੈਟਅਪ ਗਰੁੱਪ ਔਨ ਦਾ ਪੇਜ ਲੇਆਊਟ ਟੈਬ ਦੇ ਵਿੱਚ ਹੁੰਦੀ ਆ ਤੇ ਇਹਦੇ ਵਿੱਚ ਬਟਨਸ ਹੁੰਦੇ ਆ ਦੈਟ ਅਲਾਉ ਅਸ ਟੂ ਮੇਕ ਚੇਂਜਸ ਇਨ ਦਾ ਪੇਜ ਸੈਟਅਪ ਆਫ ਡਾਕੂਮੈਂਟ। We can also open the page setup dialog box by clicking on the dialog box launcher of the page setup group of page layout tab। ਤੇ ਇਹਦੇ ਵਿੱਚ 3 ਟੈਬਸ ਹੁੰਦੇ ਆ, ਮਾਰਜਨ, ਪੇਪਰ ਤੇ ਲੇਆਊਟ। ਪੇਜ ਸੈਟਅਪ ਦੇ ਅੰਦਰ 3 ਟੈਬਸ ਹੁੰਦੀਆਂ ਏ। ਫਸਟ ਇਜ਼ ਮਾਰਜਨ। ਮਾਰਜਨ ਕੀ ਹੈ? ਆਹ ਵਾਲਾ ਖਾਲੀ ਏਰੀਆ ਰਾਈਟ ਐਂਡ ਲੈਫਟ ਸਾਈਡ ਤੇ ਜੋ ਵੀ ਖਾਲੀ ਏਰੀਆ ਹੁੰਦਾ ਏ, ਆ ਮਾਰਜਨ ਇਜ਼ ਦਾ ਸਪੇਸ ਬਿਟਵੀਨ ਦਾ ਟੈਕਸਟ ਐਂਡ ਦਾ ਐਜ of our document. By default, our new documents margins are set to normal, which means it has a 1 inch space between the text and each edge. Depending on our requirements, Word allow us to change our documents margin। ਤਾਂ ਇਹ ਸਾਡੀ requirement ਦੇ according ਅਸੀਂ ਉਹਨੂੰ change ਕਰ ਸਕਦੇ ਹਾਂ ਮਾਰਜਨ ਨੂੰ। ਤਾਂ ਇਹ ਵੀ practically ਅਸੀਂ ਕਰਾਂਗੇ next session ਦੇ ਵਿੱਚ। Next is orientation. Orientation, page orientation refers to the direction in which a document is displayed। The direction ਦੱਸਦਾ ਹੈ ਕਿ ਜਿੱਥੇ document ਸਾਡਾ display ਹੁੰਦਾ ਹੈ। page orientation ਉਹਦੀ ਦਿਸ਼ਾ ਦੱਸਦਾ ਹੈ। Next is paper size। Next is paper size।
वर्ड है जोड़ा MS वर्ड है जोड़ा सानू ये सुविधा दिंदा है कि असी जोड़ा भी पेपर लिया हैगा ये डॉकूमेंट दे अंदर उहदा साइज़ सैट कर सकते हाँ। साडे कोले बहुत तरह के साइज़ होंदे MS वर्ड दे अंदर। ये साडी रिक्वायरमेंट ते डिपेंड करता है कि असी किहड़े साइज़ का पेपर लेना चाहुंदे हाँ, लीगल लेना चाहुंदे हाँ, A4 शीट लेना चाहुंदे हाँ या फिर ਲੈਟਰ ਸਾਈਜ਼ ਲੈਣਾ ਚਾਹੁੰਦੇ ਹਾਂ। ਤੇ ਡਿਫਰੈਂਟ ਟਾਈਪ ਦੇ ਸਾਈਜ਼ਸ ਹੁੰਦੇ ਆ ਸਾਡੇ ਕੋਲ MS ਵਰਡ ਦੇ ਵਿੱਚ ਤੇ ਅਸੀਂ ਉਹਦੇ ਅਕੋਰਡਿੰਗ ਆਪਣੇ ਪੇਜ ਦਾ ਸਾਈਜ਼ ਆ ਜਿਹੜਾ ਉਹ ਸੈੱਟ ਕਰ ਸਕਦੇ ਹਾਂ। ਨੈਕਸਟ ਇਜ਼ ਪੇਜ ਬਾਰਡਰ। ਜੋ ਪੇਜ ਅਸੀਂ ਲਿਆਏ ਜਿਹਦੇ ਵਿੱਚ ਅਸੀਂ ਇਨਫੋਰਮੇਸ਼ਨ ਪਾਈ ਆ ਉਸ ਪੇਜ ਦਾ ਅਸੀਂ ਬਾਰਡਰ ਵੀ ਸੈੱਟ ਕਰ ਸਕਦੇ ਹਾਂ। ਜਿਵੇਂ ਇਹਦੇ ਤੇ ਅਸੀਂ ਕੋਈ ਵੀ ਇਸ ਪੇਜ ਤੇ ਬਾਰਡਰ ਲਗਾ ਸਕਦੇ ਹਾਂ। MS Word allows us to put a page border around the text in our document. We can also add a border to either all the pages in our document or certain pages in our document. To add a page border, put the cursor. So that is practical. We will do it next session. बट इत्थे आपां नूं पता होना चाहिए कि असी MS Word दे विच अपने पेज नूं बॉर्डर भी लगा सकते हैं, उहदा कलर भी चेंज कर सकते हैं, शेडिंग कर सकते हैं, कलर उहदी विड्थ एक एक चीज़ असी अपने डॉकूमेंट दे विच उहदी बॉर्डर उहदी शेडिंग है जिहड़ी चेंज कर सकते हैं, लाइन नूं मोटा पतला कर सकते हैं, कलर दे सकते हैं। ये सारियां चीज़ां MS Word सानूं दिंदा है। नैक्सट इज़ प्रिंट एंड प्रीव्यू। Print preview is a feature that displays on the screen what a hard copy would look like when printed. ਪ੍ਰਿੰਟ ਪ੍ਰੀਵਿਊ ਆਪਸ਼ਨ ਆ ਜਿਹੜੀ ਸਾਨੂੰ ਇਹ ਦਿਖਾਉਂਦੀ ਆ ਕਿ ਜਦੋਂ ਅਸੀਂ ਹਾਰਡ ਕਾਪੀ ਕੱਢਣੀ ਹੁੰਦੀ ਆ ਕਿਸੇ ਪੇਜ ਦੀ ਤਾਂ ਉਹ ਪੇਜ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਦਿਖਾਈ ਦੇਊਗਾ, ਉਹ ਪ੍ਰਿੰਟ ਹੋਣ ਤੋਂ ਬਾਅਦ ਕਿਵੇਂ ਸਾਡੇ ਸਾਹਮਣੇ ਸਾਡੇ ਹੱਥਾਂ ਦੇ ਵਿੱਚ ਆਊਗਾ। ਤੇ ਪ੍ਰਿੰਟ ਪ੍ਰੀਵਿਊ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਡਿਸਪਲੇ ਕਰਦਾ ਸਕਰੀਨ ਦੇ ਉੱਤੇ ਇਹ ਸਾਨੂੰ ਕਿ ਸਾਡਾ ਪੇਜ ਕਿਹੋ ਜਿਹਾ ਹੋਏਗਾ, ਹਾਰਡ ਕਾਪੀ ਕਿਸ ਤਰ੍ਹਾਂ ਦੀ ਨਿਕਲੇਗੀ। ਤੇ ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਪੇਜ ਸੈੱਟ ਹੈ ਤਾਂ ਠੀਕ ਹੈ, ਜੋ ਵੀ ਇਨਫੋਰਮੇਸ਼ਨ ਅਸੀਂ ਉਹਦੇ ਵਿੱਚ ਦਿੱਤੀ ਹੈ ਉਹ ਉਸ ਤਰੀਕੇ ਨਾਲ ਆ ਰਹੀ ਹੈ ਜਿਸ ਤਰ੍ਹਾਂ ਦੀ ਅਸੀਂ ਚਾਹੁੰਦੇ ਹਾਂ, ਤਾਂ ਉਸ ਤੋਂ ਬਾਅਦ ਅਸੀਂ ਪ੍ਰਿੰਟ ਕਮਾਂਡ ਤੇ ਕਲਿੱਕ ਕਰਕੇ, ਪ੍ਰਿੰਟ ਬਟਨ ਤੇ ਕਲਿੱਕ ਕਰਕੇ ਜਾਂ Ctrl+P ਆਪਸ਼ਨ ਨੂੰ ਚੂਜ਼ ਕਰਕੇ ਅਸੀਂ ਉਹਦਾ ਪ੍ਰਿੰਟ ਪੇਜ ਦਾ ਪ੍ਰਿੰਟ ਆ ਜਿਹੜਾ ਲੈ ਲੈਂਦੇ ਹਾਂ। ਤਾਂ ਨੈਕਸਟ ਜਿਹੜਾ ਟੌਪਿਕ ਉਹ MS Excel ਦਾ ਹੈ, ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਪ੍ਰੈਕਟੀਕਲ ਪਾਵਾਂਗੀ MS Word ਦਾ ਜੋ ਅਸੀਂ ਅੱਜ ਹੁਣ ਇਸ ਸੈਸ਼ਨ ਦੇ ਵਿੱਚ ਕੀਤਾ ਹੈ। ਤੇ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ। ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਉਹ ਕਮੈਂਟ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਪਾ ਸਕਦਾ ਹੈ। ਥੈਂਕ ਯੂ।